ਜਾਉਂਦੇ ਬਦਨ ਲਈ ਜੋ ਦਿਲ ਵਿੱਚ ਮਰਨਾ ਤਾਰ ਕੇ ਜੇ ਲੋੜ ਸਿਰਾਂ ਦੀ ਪੈ ਜੇ ਲੋੜ ਸਿਰਾਂ ਦੀ ਜਿੱਥੇ ਆਪਣੀ ਅਣਖ ਲਈ वाहिगुरु साहब जी। और रहमतां दे खजाने सतगुरु ज्ञान के मुजस्मे गद्दी ते सुभाएमान हाजरा हजूर पातशाह सरवरे कायनात दो जहान वाली धन धन साहिब श्री गुरु ग्रंथ साहिब महाराज सच्चे पातशाह जी की पावन पवित्र हजूरी के अंदर सज बैठी साहिबां दी साजी ते नवाजी सत्कारयोग संगत जी
ਅੱਜ ਅਸੀਂ ਕੌਮ ਦੇ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਕੱਲ ਜਿਹੜਾ ਦਿਹਾੜਾ ਲੰਘ ਕੇ ਗਿਆ ਇਹ 6 ਜੂਨ 1984 ਦਾ ਜਿਹੜਾ ਘੱਲੂਘਾਰਾ ਇਸ ਕੌਮ ਦੇ ਨਾਲ ਵਾਪਰਿਆ। ਜਦੋਂ ਜਦੋਂ ਵੀ ਟੱਠੇ ਹੋਏ ਅਕਾਲ ਤਖਤ ਦੀ ਤਸਵੀਰ ਸਾਡੀਆਂ ਅੱਖਾਂ ਦੇ ਸਾਹਮਣੇ ਆਉਂਦੀ ਹੈ, ਸਰੀਰ ਦੇ ਲੋਹੀ ਕੰਡੇ ਖੜੇ ਹੋ ਜਾਂਦੇ ਨੇ। ਇਹ ਉਹੋ ਹੀ ਅਕਾਲ ਤਖਤ ਸੀ ਜਿਸ ਅਕਾਲ ਦੇ ਤਖਤ ਦੇ ਸਰਮੁਖ ਮੀਰੀ ਤੇ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਨ ਵਾਸਤੇ ਹਜ਼ਾਰਾਂ ਨੌਜਵਾਨ ਯੋਧੇ ਆਉਂਦੇ ਸਨ ਤੇ ਪਾਤਸ਼ਾਹ ਦੇ ਦਰ ਤੋਂ ਖੁਸ਼ੀਆਂ ਲੈ ਕੇ ਜਾਂਦੇ ਸੀ। ਇਹ ਉਹ ਅਕਾਲ ਤਖਤ ਹੈ ਜਿਸ ਅਕਾਲ ਤਖਤ ਦੇ ਉੱਤੇ ਕਦੇ ਵਖਰੇਵੀ ਜਾਂ ਕਾਣੀ ਵੰਡ ਨਹੀਂ ਹੋਈ। ਕਿਸੇ ਵੀ ਮਜ਼ਹਬ ਦਾ ਬੰਦਾ ਆਇਆ, ਕਿਸੇ ਵੀ ਧਰਮ ਦਾ ਬੰਦਾ ਆਇਆ, ਪਾਤਸ਼ਾਹ ਦੇ ਦਰ ਤੋਂ ਖੁਸ਼ੀਆਂ ਹੀ ਲੈ ਕੇ ਗਿਆ। ਜਿੱਥੇ ਹਮੇਸ਼ਾ ਖੁਸ਼ੀਆਂ ਵੰਡੀਆਂ ਗਈਆਂ, ਜ਼ਾਲਮ ਸਰਕਾਰ ਦੇ ਜ਼ਾਲਮ ਕਰਿੰਦੇ ਚੜ ਕੇ ਆਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਸਾਡੇ ਚੌਥੇ ਪਾਤਸ਼ਾਹ ਨੇ ਧਰਤੀ ਦੇ ਉੱਤੇ ਸਾਨੂੰ ਸਵਰਗ ਬਣਾ ਕੇ ਦਿੱਤਾ। ਦੁਨੀਆ ਦੇ ਲੋਕ ਸਵਰਗ ਦੇ ਅੰਦਰ ਪਹੁੰਚਣ ਦੀ ਕਾਮਨਾ ਤੇ ਕਰਦੇ ਰਹੇ ਨੇ। ਕਿਸੇ ਨੇ ਬੰਦਗੀ ਕੀਤੀ ਤੇ ਪਰਮੇਸ਼ਰ ਦੇ ਦਰ ਦੇ ਉੱਤੇ ਅਰਦਾਸ ਇਹ ਕੀਤੀ ਕਿ ਮੈਨੂੰ ਸੱਚਖੰਡ ਚਾਹੀਦਾ ਹੈ। ਕਿਸੇ ਨੇ ਇਬਾਦਤ ਕੀਤੀ ਤੇ ਆਖਿਆ ਪਰਵਰਦਗਾਰ ਮੈਨੂੰ ਤੇਰੇ ਚਰਨਾਂ ਦੇ ਵਿੱਚ ਥਾਂ ਚਾਹੀਦੀ ਹੈ। ਹਰ ਬੰਦਾ ਸਵਰਗ ਦੇ ਨਕਸ਼ੇ ਆਪਣੇ ਮਨ ਦੇ ਵਿੱਚ ਉਲੀਕਦਾ ਰਿਹਾ ਤੇ ਸਵਰਗ ਦੀ ਕਾਮਨਾ ਕਰਦਾ ਰਿਹਾ। ਪਰ ਅੱਜ ਤੱਕ ਕਦੇ ਇਹ ਨਹੀਂ ਸੀ ਸੁਣਿਆ ਕਿ ਸੱਚਖੰਡ ਨੂੰ ਸਵਰਗ ਨੂੰ ਢਾਉਣ ਵਾਸਤੇ ਵੀ ਕੋਈ ਆ ਜਾਵੇਗਾ। ਕਿਸੇ ਦੇ ਮਨ ਦੇ ਅੰਦਰ ਇੰਨੀ ਮਾੜੀ ਛਵੀ ਵੀ ਹੋਵੇਗੀ ਜਿਹੜਾ ਉਹਨੂੰ ਮਿਟਾ ਕੇ ਰੱਖ ਦੇਵੇ। ਸਤਿਗੁਰੂ ਸੱਚੇ ਪਾਤਸ਼ਾਹ ਦੀ ਮਹਾਨ ਬਖਸ਼ਿਸ਼ ਦਾ ਸਦਕਾ ਹਰ ਇੱਕ ਮਜ਼ਹਬ ਦਾ ਇਨਸਾਨ ਉਸ ਦਰ ਦੇ ਉੱਤੇ ਪਹੁੰਚਦਾ ਸੀ। 4 ਦਰਵਾਜ਼ੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰੱਖੇ ਗਏ ਤੇ ਗੁਰਦੇਵ ਦੇ ਸਾਹਮਣੇ ਸਵਾਲ ਆਏ ਕਿ ਪਾਤਸ਼ਾਹ 4 ਕਿਉਂ ਰੱਖੇ ਨੇ? ਦਰਵਾਜ਼ਾ ਤੇ ਇੱਕ ਹੀ ਬਹੁਤ ਹੁੰਦਾ ਹੈ। ਤੇ ਮਹਾਰਾਜ ਦੇ ਪਵਿੱਤਰ ਬੋਲ ਸਨ, ਮਿੱਠੇ ਬੋਲ ਸਨ ਕਿ ਇਹ ਕਿਸੇ ਇੱਕ ਦਾ ਨਹੀਂ, ਸਾਰਿਆਂ ਦਾ ਸਾਂਝਾ ਹੋਵੇਗਾ। ਇੱਥੇ ਹਿੰਦੂ ਵੀ ਆਉਣਗੇ, ਮੁਸਲਮਾਨ ਵੀ ਆਉਣਗੇ, ਇੱਥੇ ਜੈਨੀ ਬੋਧੀ ਵੀ ਆਉਣਗੇ, ਕਿਸੇ ਇੱਕ ਦਾ ਨਹੀਂ ਹੋਵੇਗਾ। ਤੇ ਸਾਂਝੇ ਧਾਰਮਿਕ ਸਥਾਨ ਦੇ ਉੱਤੇ ਕਦੇ ਕਿਸੇ ਨੇ ਕਾਮਨਾ ਵੀ ਨਹੀਂ ਕੀਤੀ ਹੋਵੇਗੀ ਕਿ ਜਿਹੜੇ ਨਹੁੰ ਤੇ ਮਾਸ ਦਾ ਰਿਸ਼ਤਾ ਦੱਸਦੇ ਨੇ ਉਹ ਟੈਂਕ ਤੇ ਤੋਪਾਂ ਚੜਾ ਕੇ ਲੈ ਆਉਣਗੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮਹਾਨ ਬੱਬਰ ਸ਼ੇਰ ਯੋਧੇ ਜਿਵੇਂ ਉਸ ਸਥਾਨ ਦੀ ਰਾਖੀ ਕਰਦਿਆਂ ਹੋਇਆਂ ਸ਼ਹਾਦਤ ਦੇ ਜਾਮ ਪੀਂਦੇ ਨੇ, ਕਿਵੇਂ ਕੌਮ ਦੇ ਬੱਬਰ ਸ਼ੇਰਾਂ ਨੇ ਦੱਸਿਆ ਕਿ ਅਸੀਂ ਜਿਉਂਦੇ ਹਾਂ, ਮਰੇ ਨਹੀਂ। ਇਹ ਕੌਮ ਯੋਧਿਆਂ ਦੀ ਕੌਮ ਹੈ, ਪਰਵਾਨਿਆਂ ਦੀ ਕੌਮ ਹੈ, ਪਤੰਗਿਆਂ ਦੀ ਕੌਮ ਹੈ। ਕਲਗੀਧਰ ਪਾਤਸ਼ਾਹ ਨੇ ਵੈਸੇ ਕੌਮ ਸਾਜੀ ਹੀ ਪਤੰਗਿਆਂ ਦੀ ਹੈ ਤੇ ਪਤੰਗੇ ਦਾ ਸੁਭਾਅ ਨਹੀਂ ਹੁੰਦਾ ਅੱਗ ਨੂੰ ਵੇਖ ਕੇ ਤੇ ਪਿਛਾਂ ਮੁੜ ਜਾਣਾ। ਪਤੰਗਾ ਜਿੱਥੇ ਅੱਗ ਹੋਵੇ, ਲਾਈਟ ਹੋਵੇ, ਦੀਵਾ ਜਗਦਾ ਹੋਵੇ, ਉਹਦੇ ਚੱਕਰ ਕੱਟ ਕੇ ਪਿਛਾਂ ਨਹੀਂ ਮੁੜਦਾ। ਉਹਦਾ ਸੁਭਾਅ ਹੈ ਕਿ ਉਹਦੇ ਉੱਤੇ ਜਾ ਕੇ ਸ਼ਮਾਂ ਦੇ ਉੱਤੇ ਬਲਦਾ ਹੈ ਤੇ ਸੜ ਜਾਂਦਾ ਹੈ, ਸੁਆਹ ਹੋ ਜਾਂਦਾ ਹੈ। ਤੇ ਗੁਰੂ ਦਾ ਸਿੱਖ ਵੀ ਮੌਤ ਨੂੰ ਵੇਖ ਕੇ, ਵੱਡੀਆਂ ਵੱਡੀਆਂ ਮੁਸੀਬਤਾਂ ਨੂੰ ਵੇਖ ਕੇ ਪਿਛਾਂ ਨਹੀਂ ਮੁੜਦਾ। ਮੇਰੇ ਪਾਤਸ਼ਾਹ ਨੇ ਖੰਡੇ ਤੇ ਬਾਟੇ ਦਾ ਰਗੜਿਆ ਹੋਇਆ ਅੰਮ੍ਰਿਤ ਦੀਆਂ ਰਗਾਂ ਦੇ ਵਿੱਚ ਐਸਾ ਪਾਇਆ ਹੈ ਕਿ ਮੌਤ ਦੀ ਇਹ ਪਰਵਾਹ ਨਹੀਂ ਕਰਦਾ। ਮੌਤ ਨੂੰ ਗੱਲ ਮੱਕੜੀ ਪਾਉਂਦਾ ਹੈ, ਮਖੌਲਾਂ ਕਰਦਾ ਹੈ। ਆਓ ਥੋੜਾ ਜਿਹਾ ਸਮਾਂ ਇਤਿਹਾਸ ਦੇ ਪੰਨੇ ਆਪ ਸੰਗਤ ਦੀ ਸੇਵਾ ਦੇ ਵਿੱਚ ਅੱਜ ਕਰਨ ਵਾਸਤੇ ਜਾ ਰਹੇ ਹਾਂ। ਕਮੈਂਟਰੀ ਗੁਰੂ ਘਰ ਵਾਲੇ ਸਾਰੇ ਸਿੰਘਾਂ ਦਾ ਧੰਨਵਾਦ ਵੀ ਕਰਦੇ ਹਾਂ। ਸਾਡੇ ਤੋਂ ਪਹਿਲਾਂ ਭਾਵੇਂ ਸਤਿਕਾਰਯੋਗ ਵੀਰ ਜੀ ਹੋਣੀ ਆਪ ਸੰਗਤ ਦੇ ਨਾਲ ਜੋ ਜੋ ਕੁਝ ਸਾਡੇ ਨਾਲ ਹੋਇਆ, ਕਿਵੇਂ ਸਾਡੀ ਕੌਮ ਦੇ ਉੱਤੇ ਘੱਲੂਘਾਰੇ ਵਾਪਰੇ, ਕਿਵੇਂ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਤੇ ਕਿਵੇਂ ਜ਼ਾਲਮ ਤੇ ਜਰਮਾਨੇ ਚੜ ਕੇ ਆਉਂਦੇ ਰਹੇ। ਇਹ ਕੌਮ ਫਿਰ ਵੀ ਗੁਲਜ਼ਾਰ ਦੇ ਵਾਂਗੂ ਖਿੜੀ। ਜਿੰਨਾ ਇਹਨੂੰ ਦਬਾਉਣ ਦਾ ਕਿਸੇ ਨੇ ਯਤਨ ਕੀਤਾ, ਇਹਦਾ ਨਿਸ਼ਾਨ ਹੋਰ ਵੀ ਉੱਚਾ ਹੋਇਆ ਪਹਿਲਾਂ ਦੇ ਨਾਲੋਂ। ਤੇ 1984 ਦੇ ਵਿੱਚ ਜੋ ਕੁਝ ਹੋਇਆ ਉਹਨਾਂ ਨੇ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕੀਤਾ ਹੈ। ਆਓ ਹੁਣ ਅਸੀਂ ਵੀ ਆਪ ਸੰਗਤ ਦੀ ਸੇਵਾ ਦੇ ਵਿੱਚ ਉਹਨਾਂ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਹੋਇਆ ਇਤਿਹਾਸ ਦੇ ਪੰਨੇ ਫਰੋਲਣ ਵਾਸਤੇ ਜਾ ਰਹੇ ਹਾਂ। ਕੁਝ ਕਹਿਣ ਤੋਂ ਪਹਿਲਾਂ ਅਸੀਸ ਬਖਸ਼ੋ, ਫਤਿਹ ਬੁਲਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਆਇਆ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਸਿੱਖੀ ਪ੍ਰਫੁੱਲਤ ਹੋਣ ਲੱਗੀ। ਦਮਦਮੀ ਟਕਸਾਲ
ਦਾ ਬੜਾ ਵੱਡਾ ਯੋਗਦਾਨ ਹੈ ਇਸ ਕੌਮ ਨੂੰ ਮੁੜ ਆਪਣੇ ਪੈਰਾਂ ਦੇ ਉੱਤੇ ਖਿਲਾਰਨ ਦੇ ਵਿੱਚ। ਦਾਅਵੇ ਤੇ ਹੋਰ ਵੀ ਬਥੇਰੇ ਕਰਦੇ ਨੇ। ਹਰ ਬੰਦੇ ਨੇ ਆਪੋ ਆਪਣੇ ਥਾਂ ਦੇ ਉੱਤੇ ਕੋਸ਼ਿਸ਼ ਕੀਤੀ, ਜਿਹੜੇ ਗੁਰੂ ਦੇ ਨਾਲ ਪਿਆਰ ਕਰਨ ਵਾਲੇ ਸਨ। ਪਰ ਜਿਹੜਾ ਰੋਲ ਇਸ ਸੰਸਥਾ ਨੇ ਨਿਭਾਇਆ, ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਈ, ਪਿੰਡੋਂ ਪਿੰਡੀ ਪਹੁੰਚ ਕੇ ਉਸ ਸਮੇਂ ਪ੍ਰਚਾਰ ਹੁੰਦਾ ਸੀ। ਅੱਜ ਵਰਗਾ ਸਿਸਟਮ ਨਹੀਂ ਸੀ। ਮਹਾਂਪੁਰਖ ਪਿੰਡਾਂ ਦੇ ਵਿੱਚ ਜਾਂਦੇ ਸਨ, ਮਾਝੇ ਦੀ ਧਰਤੀ ਦੇ ਉੱਤੇ, ਦੁਆਬੇ ਦੀ ਧਰਤੀ ਦੇ ਉੱਤੇ, ਮਾਲਵੇ ਦੀ ਧਰਤੀ ਦੇ ਉੱਤੇ, ਬੰਬੇ ਤੱਕ ਜਾਂਦੇ ਸਨ, ਪੂਰੇ ਹਿੰਦੁਸਤਾਨ ਦੇ ਵਿੱਚ ਜਾਂਦੇ ਸਨ, ਕੇਵਲ ਤੇ ਕੇਵਲ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ। ਕਿਉਂਕਿ ਗੁਰੂ ਦੀਆਂ ਪੈੜਾਂ ਦੇ ਉੱਤੇ ਚੱਲਣਾ ਗੁਰੂ ਦੇ ਸਿੱਖ ਦਾ ਕੰਮ ਹੈ। ਕਦੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਇਲਾਕਿਆਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ। ਕਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਵੱਖੋ ਵੱਖਰੇ ਸ਼ਹਿਰਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਰਹੇ। ਤੇ ਇਹਨਾਂ ਪੈੜਾਂ ਦੇ ਉੱਤੇ ਚੱਲਦਿਆਂ ਹੋਇਆ ਗੁਰੂ ਦੇ ਮਹਾਨ ਸਿੱਖਾਂ ਤੇ ਮਹਾਂਪੁਰਖਾਂ ਨੇ ਵੀ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ। ਇੱਕ ਸਿੱਖੀ ਦੀ ਲਾਗ ਲੱਗਣੀ ਸ਼ੁਰੂ ਹੋਈ। ਸਾਡੇ ਲਾਗੇ ਨਗਰ ਹੈ ਭੂਰਾ ਕੋਨਾ, ਜਿਹਨੂੰ ਆਖਿਆ ਜਾਂਦਾ ਹੈ ਬਾਰਡਰ ਏਰੀਏ ਦਾ ਪਿੰਡ ਹੈ, ਜਿੱਥੇ ਕੌਮ ਦੇ ਮਹਾਨ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਸਾਹਿਬ ਜੀ ਦਾ ਜਨਮ ਸਥਾਨ ਹੈ। ਉਹਨਾਂ ਮਹਾਂਪੁਰਖਾਂ ਨੇ ਇੱਕ ਬੜਾ ਵੱਡਾ ਪਲੇਟਫਾਰਮ ਤਿਆਰ ਕੀਤਾ। ਜਿਵੇਂ ਦੀਵੇ ਤੋਂ ਦੀਵਾ ਜਗਦਾ, ਇਸ ਤਰ੍ਹਾਂ ਸਿੱਖੀ ਦੀ ਲਾਗ ਲੱਗਣੀ ਸ਼ੁਰੂ ਹੋਈ। ਸਾਧ ਸੰਗਤ ਜੀ ਉਹਨਾਂ ਦੇ ਸੱਚਖੰਡ ਪਿਆਲਾ ਕਰਨ ਤੋਂ ਬਾਅਦ ਕੌਮ ਦਾ ਮਹਾਨ ਬੱਬਰ ਸ਼ੇਰ ਦਮਦਮੀ ਟਕਸਾਲ ਦਾ ਮੁੱਖ ਸੇਵਾਦਾਰ ਬਣ ਕੇ ਸਾਹਮਣੇ ਆਇਆ। ਉਹਨਾਂ ਨੇ ਵੀ ਉਹਨਾਂ ਪੈਰਾਂ ਦੇ ਉੱਤੇ ਚੱਲਣਾ ਪ੍ਰਾਰੰਭ ਕੀਤਾ ਤੇ ਸਿੱਖੀ ਦੀ ਲਾਗ ਲੱਗਣੀ ਸ਼ੁਰੂ ਹੋਈ। ਆਪਣੇ ਵਡੇਰਿਆਂ ਦੇ ਕੋਲੋਂ ਮੈਂ ਸੁਣਿਆ ਹੈ, ਕਿਤਾਬਾਂ ਦੇ ਵਿੱਚੋਂ ਪੜ੍ਹਿਆ ਹੈ ਕਿ ਉਹਨਾਂ ਨੇ 2 ਪਲ ਜਿਸ ਪਿੰਡ ਦੇ ਵਿੱਚ ਜਾ ਕੇ ਲੈਕਚਰ ਕਰਨਾ, ਹਜ਼ਾਰਾਂ ਨੌਜਵਾਨ ਉਹਨਾਂ ਦੇ ਮਗਰ ਲੱਗਣੇ। ਹਜ਼ਾਰਾਂ ਨੌਜਵਾਨਾਂ ਨੇ ਅੰਮ੍ਰਿਤ ਪਾਨ ਕਰਨਾ, ਅੰਮ੍ਰਿਤਧਾਰੀ ਹੋਣਾ। ਜਿਨ੍ਹਾਂ ਨੇ ਕੇਸ ਕੱਟੇ ਹੋਏ ਸਨ, ਉਹਨਾਂ ਨੇ ਸੱਚੇ ਪਾਤਸ਼ਾਹ ਦੇ ਸਾਹਮਣੇ ਆ ਕੇ ਗੱਲ ਕਹਿਣੀ ਕਿ ਮਹਾਂਪੁਰਖੋ, ਅੱਜ ਤੋਂ ਬਾਅਦ ਅਸੀਂ ਕੇਸ ਨਹੀਂ ਕੱਟਦੇ। ਸਾਧ ਸੰਗਤ ਜੀ, ਅੱਜ ਤੇ ਕਿਤੇ ਨਾ ਕਿਤੇ ਸਾਡੇ ਮਨ ਦੇ ਵਿੱਚ ਗੁਰੂ ਦਾ ਭੈ ਹੀ ਖਤਮ ਹੋ ਗਿਆ ਹੈ। ਉਹ ਵਕਤ ਐਸਾ ਵਕਤ ਨਹੀਂ ਸੀ। ਹਰ ਇੱਕ ਇਨਸਾਨ ਪਾਤਸ਼ਾਹ ਦੀ ਬਾਤ ਮੰਨਦਾ ਸੀ ਤੇ ਸਤਿਗੁਰ ਸੱਚੇ ਪਾਤਸ਼ਾਹ ਦਾ ਡਰ ਹਰ ਇੱਕ ਬੰਦੇ ਦੇ ਮਨ ਦੇ ਅੰਦਰ ਸੀ। ਸਾਧ ਸੰਗਤ ਜੀ, ਮਹਾਂਪੁਰਖਾਂ ਦੇ ਬੋਲਾਂ ਦੇ ਵਿੱਚ ਵਜਨ ਐਸਾ ਸੀ। ਇਤਿਹਾਸ ਦੇ ਪੰਨਿਆਂ ਤੇ ਪੰਕਤੀ ਆਈ ਕਿ ਜੇ ਕਿਸੇ ਹਿੰਦੂ ਨੇ ਵੀ, ਦੂਸਰੇ ਧਰਮ ਦੇ ਬੰਦੇ ਨੇ ਵੀ ਉਹਨਾਂ ਦੇ 2 ਬੋਲ ਪਿਆਰ ਦੇ ਨਾਲ ਸੁਣ ਲਏ ਤੇ ਸਿਰ ਤੇ ਕੇਸਰੀ ਦਸਤਾਰ ਸਜਾ ਲਈ, ਉਹਨੂੰ ਪਤਾ ਲੱਗ ਗਿਆ ਕਿ ਪਰਮਾਰਥ ਦਾ ਰਾਹ ਕੀ ਹੈ, ਸੱਚ ਕੀ ਹੈ ਤੇ ਝੂਠ ਕੀ ਹੈ। ਉਹ ਨਤਾਲਾ ਕਰਦੇ ਸਨ ਦੁੱਧ ਤੇ ਪਾਣੀ ਦਾ, ਸੱਚ ਤੇ ਝੂਠ ਦਾ। ਤੇ ਹਰ ਇੱਕ ਬੰਦੇ ਦੇ ਅੰਦਰ ਇੱਕ ਚੰਗਿਆੜੀ ਜਾਗਦੀ ਸੀ ਕਿ ਮੇਰਾ ਧਰਮ ਇਹ ਹੈ, ਮੇਰਾ ਮਜ਼ਹਬ ਇਹ ਹੈ, ਸੱਚ ਤੱਕ ਪਹੁੰਚਣ ਦਾ ਰਸਤਾ ਇਹ ਹੈ। ਸਾਧ ਸੰਗਤ ਜੀ, ਉਹਨਾਂ ਮਹਾਂਪੁਰਖਾਂ ਨੇ ਐਸੀ ਜਾਗ ਲਾਈ ਕਿ ਨੌਜਵਾਨਾਂ ਨੇ ਇੱਕ ਬੜੀ ਵੱਡੀ ਗਿਣਤੀ ਦੇ ਵਿੱਚ, ਤਾਦਾਦ ਦੇ ਵਿੱਚ ਗੁਰਸਿੱਖੀ ਦੇ ਅੰਦਰ ਆਪਣਾ ਕਦਮ ਰੱਖਿਆ। ਭਾਵੇਂ ਉਹ ਸਿੱਖਾਂ ਦੇ ਘਰ ਜੰਮੇ ਸਨ, ਪਰ ਗੁਰਸਿੱਖੀ ਤੋਂ ਤੇ ਸਿੱਖੀ ਤੋਂ ਬੜੀ ਦੂਰ ਦੇ ਨਾਵਾਕਿਫ ਸਨ। ਸਾਧ ਸੰਗਤ ਜੀ, ਸੈਂਟਰ ਸਰਕਾਰ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗੀਆਂ। ਜਦੋਂ ਜਦੋਂ ਸਿੱਖੀ ਵਧੀ ਹੈ, ਇਸ ਸਿੱਖੀ ਨੂੰ ਮਕਾਉਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ। ਦਿੱਲੀ ਦੇ ਲਾਹੌਰ ਦੇ ਤਖਤ ਦੇ ਉੱਤੇ ਜਿਹੜਾ ਵੀ ਸ਼ਾਸਕ ਬੈਠਾ, ਜਿਹੜਾ ਸਿੱਖ ਨਹੀਂ, ਉਹਨੇ ਸਿੱਖਾਂ ਦਾ ਨੁਕਸਾਨ ਹੀ ਕੀਤਾ ਹੈ ਤੇ ਸਿੱਖਾਂ ਨੂੰ ਮਾਰਨ ਤੇ ਮਕਾਉਣ ਦਾ ਯਤਨ ਕੀਤਾ ਹੈ। ਵੱਡੀ ਗਿਣਤੀ ਵਾਲਿਆਂ ਦੇ ਮਨ ਦੇ ਅੰਦਰ ਹਮੇਸ਼ਾ ਹੀ ਇਹ ਭੁਲੇਖਾ ਹੁੰਦਾ ਹੈ ਕਿ ਘੱਟ ਗਿਣਤੀ ਵਾਲਿਆਂ ਨੂੰ ਲਤਾੜ ਕੇ ਤੇ ਇਹਨਾਂ ਦੇ ਥਾਂ ਦੇ ਉੱਤੇ ਕਬਜ਼ਾ ਕੀਤਾ ਜਾਵੇ, ਇਹਨਾਂ ਨੂੰ ਇੱਥੋਂ ਭਜਾ ਦਿੱਤਾ ਜਾਵੇ, ਖਤਮ ਕਰ ਦਿੱਤਾ ਜਾਵੇ। ਪਰ ਇਹ ਕੌਮ, ਸਾਡੀ ਕੌਮ ਬੜੀ ਨਵੇਕਲੀ ਕੌਮ ਹੈ। ਅਸੀਂ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਹਰ ਇੱਕ ਆਈ ਹੋਈ ਮੁਸੀਬਤ ਨੂੰ ਖਿਹੜੇ ਮੱਥੇ ਸਵੀਕਾਰ ਕੀਤਾ ਤੇ ਹਰ ਇੱਕ ਮੁਸੀਬਤ ਦੇ ਨਾਲ ਲੜਨ ਦੀ ਜ਼ਰੂਰਤ ਰੱਖੀ। ਸਾਧ ਸੰਗਤ ਜੀ, ਕੌਮ ਦਾ ਮਹਾਨ ਬੱਬਰ ਸ਼ੇਰ ਪਿੰਡਾਂ ਦੇ ਵਿੱਚ ਪ੍ਰਚਾਰ ਕਰਦਾ ਹੈ। ਉਹਨਾਂ ਨੂੰ ਪ੍ਰਚਾਰ ਚੰਗਾ ਨਾ ਲੱਗਾ। ਦਿੱਲੀੋਂ ਇੱਕ ਨਰਕਧਾਰੀ ਬੰਦਾ ਪੰਜਾਬ ਆਇਆ, ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਉਹਨੇ ਯਤਨ ਕੀਤਾ। ਥਾਂ ਥਾਂ ਦੇ ਉੱਤੇ ਕੂੜ ਪ੍ਰਚਾਰ ਕਰਨਾ ਸ਼ੁਰੂ ਕੀਤਾ। ਮਹਾਂਪੁਰਖਾਂ ਨੂੰ ਇਹ ਗੱਲਾਂ ਚੰਗੀਆਂ ਨਾ ਲੱਗੀਆਂ, ਕਿਉਂਕਿ ਗੁਰੂ ਦਾ ਸੱਚਾ ਤੇ ਸੁੱਚਾ ਸਿੱਖ ਆਪਣੇ ਗੁਰੂ ਦੀ ਬੇਰੁਖੀ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ। ਪੰਜਾਬ ਦੀ ਸਰਜ਼ਮੀਨ ਦੇ ਉੱਤੇ ਨਿਰੰਕਾਰੀ ਕਾਂਡ ਵਾਪਰਿਆ। 1978 ਦਾ ਸਾਕਾ ਹੋਇਆ, ਜਿਹਦੇ ਵਿੱਚ ਕੁਝ ਸਿੰਘ ਸ਼ਹੀਦ ਹੋਏ। ਉਸ ਤੋਂ ਬਾਅਦ ਭਾਵੇਂ ਗੁਰਬਚਨੇ ਨਰਕਧਾਰੀ ਨੂੰ ਸੋਧਾ ਵੀ ਲਾਇਆ ਗਿਆ, ਪਰ ਸਾਧ ਸੰਗਤ ਜੀ, ਪੰਜਾਬ ਦਾ ਮਾਹੌਲ ਬੜਾ ਜ਼ਿਆਦਾ ਖਰਾਬ ਹੋਇਆ।
ਚੰਦੋ ਕਲਾਂ ਦੇ ਅੰਦਰ ਮਹਾਂਪੁਰਖਾਂ ਦੀਆਂ ਬੱਸਾਂ ਸਾੜੀਆਂ ਗਈਆਂ ਸਰਕਾਰ ਦੇ ਵੱਲੋਂ। ਉਸ ਥਾਂ ਦੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਨਿਰਾਦਰ ਹੋਇਆ। ਪਾਵਨ ਪਵਿੱਤਰ ਗੁਰਬਾਣੀ ਜਿਹੜੀ ਹਰ ਇੱਕ ਮਨੁੱਖ ਤੇ ਹਰ ਇੱਕ ਧਰਮ ਵਾਸਤੇ ਹੈ, ਹਰ ਇੱਕ ਆਏ ਹੋਏ ਦੀ ਰੱਖਿਆ ਕਰਦੀ ਹੈ ਤੇ ਹਰ ਇੱਕ ਨੂੰ ਸੱਚ ਦਾ ਸੁਨੇਹਾ ਦਿੰਦੀ ਹੈ। ਪਾਵਨ ਗੁਰਬਾਣੀ ਦੀਆਂ ਪਾਵਨ ਪੋਥੀਆਂ ਅੱਜ ਭੇਟ ਕੀਤੀਆਂ ਗਈਆਂ। ਕਿਹੜਾ ਗੁਰੂ ਦਾ ਸੱਚਾ ਤੇ ਸੁੱਚਾ ਸਿੱਖ ਹੈ ਜਿਹੜਾ ਆਪਣੀਆਂ ਅੱਖਾਂ ਦੇ ਸਾਹਮਣੇ ਗੁਰੂ ਦੀ ਬੇਦਬੀ ਕਰ ਜਾਵੇ। ਸਾਧ ਸੰਗਤ ਜੀ, ਮਹਾਂਪੁਰਖ ਸਰਗਰਮ ਹੋਏ। ਹਰ ਇੱਕ ਬੰਦੇ ਦਾ ਮਸਲਾ ਜਿਹੜਾ ਸਰਕਾਰ ਕੋਲ ਜਾਣਾ ਚਾਹੀਦਾ ਸੀ ਉਹ ਮਹਿਤੇ ਚੌਂਕ ਪਹੁੰਚਣ ਲੱਗਾ, ਕਿਉਂਕਿ ਹਰ ਇੱਕ ਗਰੀਬ ਨਿਮਾਣਾ ਤੇ ਮਾਦਰ ਬੰਦਾ ਉੱਥੇ ਜਾਂਦਾ ਜਿੱਥੇ ਉਹਦੀ ਸੁਣਵਾਈ ਹੋਵੇ। ਦੂਸਰੇ ਥਾਂ ਤੇ ਜਾ ਕੇ ਉਹ ਕੀ ਕਰੇਗਾ? ਜੇ ਕਿਸੇ ਦਾਜ ਦੇ ਲੋਭੀ ਦਾ ਮਸਲਾ ਆਇਆ ਤੇ ਮਹਾਂਪੁਰਖਾਂ ਨੇ ਉਹਨੂੰ ਆਖਿਆ ਕਿ ਭਾਈ ਇਹ ਧੀ ਅੱਜ ਤੋਂ ਬਾਅਦ ਸਾਡੀ ਹੈ। ਵਾਕਿਆ ਹੀ ਉਹਨਾਂ ਦੀਆਂ ਵਸਾਈਆਂ ਹੋਈਆਂ ਧੀਆਂ ਅੱਜ ਵੀ ਰਾਜ ਭੋਗਦੀਆਂ ਨੇ। ਦਾਜ ਦੇ ਲਾਲਚੀਆਂ ਨੂੰ ਨੱਥ ਪਈ। ਉਹਨਾਂ ਨੇ ਮਹਾਨ ਚੰਗੇ ਕਰਮ ਕਰਨੇ ਸ਼ੁਰੂ ਕੀਤੇ। ਲੋਕਾਂ ਦੇ ਘਰੇਲੂ ਝਗੜੇ ਵੀ ਮਹਾਂਪੁਰਖਾਂ ਦੇ ਕੋਲ ਆਏ। ਉਹਨਾਂ ਨੂੰ ਪਤਾ ਸੀ ਇੱਥੇ ਸਾਡੀ ਹਰ ਇੱਕ ਮੁਸੀਬਤ ਦੀ ਸੁਣਵਾਈ ਹੋ ਜਾਣੀ ਹੈ। ਸਾਧ ਸੰਗਤ ਜੀ, ਦੌਰ ਬਦਲਦਾ ਇੱਥੋਂ ਤੱਕ ਪਹੁੰਚਿਆ ਕਿ ਮਹਾਂਪੁਰਖਾਂ ਦਾ ਪੱਕਾ ਟਿਕਾਣਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਇਆ। ਹਰੇਕ ਮਸਲਾ ਵੀ ਉੱਥੇ ਪਹੁੰਚਣ ਲੱਗਾ। ਕੌਮ ਦੇ ਬੱਬਰ ਸ਼ੇਰ ਦੇ 4 ਸ਼ਫੇਰੇ ਦਮਦਮੀ ਟਕਸਾਲ ਦੇ ਯੋਧੇ ਇੱਕ ਕੰਧ ਇੱਕ ਦੀਵਾਰ ਬਣ ਕੇ ਖਲੋਤੇ ਸਨ। ਸੱਚ ਦਾ ਨਤਾਰਾ ਹੋਣਾ ਸੀ। ਦੂਸਰੇ ਪਾਸੇ ਕੌਮ ਦਾ ਬੱਬਰ ਸ਼ੇਰ ਜਨਰਲ ਸ਼ਬੇਗ ਸਿੰਘ, ਜਿਹਨੇ ਪਾਕਿਸਤਾਨ ਆਰਮੀ ਦੇ ਨਾਲ ਲੜ ਕੇ ਜਿੱਤ ਪ੍ਰਾਪਤ ਕੀਤੀ ਸੀ ਤੇ ਇੱਕ ਛੋਟਾ ਜਿਹਾ ਇਲਜ਼ਾਮ ਲਾ ਕੇ ਉਹਨੂੰ ਕੱਢ ਦਿੱਤਾ ਸੀ। ਸਾਧ ਸੰਗਤ ਜੀ, ਮਨ ਦੇ ਅੰਦਰ ਰੋਸ ਆਇਆ। ਗੁਰੂ ਦੇ ਪ੍ਰਤੀ ਇੱਕ ਸ਼ਰਧਾ ਭਾਵਨਾ ਜਾਗੀ। ਮਹਾਂਪੁਰਖਾਂ ਦੇ ਪਾਸ ਆਇਆ ਤੇ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਨੇ ਕੌਮ ਦੀ ਸੇਵਾ ਕੀਤੀ। ਸਾਧ ਸੰਗਤ ਜੀ, ਆਓ ਤੱਕ ਇੱਕ ਬੜਾ ਪਿਆਰਾ ਨਕਸ਼ਾ ਢਾਡੀ ਜਥਾ ਸੰਗਤ ਦੀ ਸੇਵਾ ਦੇ ਵਿੱਚ ਰੱਖਣ ਵਾਸਤੇ ਜਾ ਰਿਹਾ ਹੈ। ਆਪਣੀਆਂ ਮਨ ਬਿਰਤੀਆਂ ਅੱਜ ਉਸ ਥਾਂ ਦੇ ਉੱਤੇ ਲੈ ਕੇ ਚੱਲ ਗਏ ਕਿ ਬੜਾ ਸੋਹਣਾ ਹਰਮੰਦਰ ਆ, ਜਿਹਨੂੰ ਢਾਉਣ ਦੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਵੀ ਢਾਉਣ ਦੀਆਂ ਤਿਆਰੀਆਂ ਹੋਈਆਂ। ਟ੍ਰੇਨਾਂ ਹੋਈਆਂ ਹਿਮਾਚਲ ਦੇ ਅੰਦਰ ਤੇ ਹੈਦਰਾਬਾਦ ਦੇ ਅੰਦਰ। ਇੱਕ ਮਾਡਲ ਬਣਾ ਕੇ ਦੱਸਿਆ ਗਿਆ ਇੰਡੀਅਨ ਆਰਮੀ ਦੇ ਸਿਪਾਹੀਆਂ ਨੂੰ ਕਿ ਇਸ ਢੰਗ ਦੇ ਨਾਲ ਤੁਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਖਤਮ ਕਰਕੇ ਤੇ ਬਾਹਰ ਲੈ ਕੇ ਆਉਣਾ ਹੈ। ਇਹ 2.5 ਘੰਟਿਆਂ ਦਾ ਆਪਰੇਸ਼ਨ ਇਹਨਾਂ ਨੇ ਮੰਨਿਆ ਸੀ। ਇਹਨੂੰ ਨਾਂ ਦਿੱਤਾ ਗਿਆ ਸਾਕਾ ਨੀਲਾ ਤਾਰਾ, ਆਪਰੇਸ਼ਨ ਬਲੂ ਸਟਾਰ। ਸਾਧ ਸੰਗਤ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ 300 ਤੋਂ 500 ਨੌਜਵਾਨ ਨੇ। ਇਹਨਾਂ ਨੂੰ ਪਤਾ ਸੀ, ਇਹਨਾਂ ਨੇ ਪਲੈਨਿੰਗ ਇਹ ਕੀਤੀ ਕਿ ਕਿਸੇ ਵੀ ਗੁਰੂ ਦੇ ਸਿੱਖ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ, ਗੋਲੀ ਮਾਰੀ ਜਾਵੇਗੀ। ਭਾਵੇਂ ਉਹ ਹਥਿਆਰ ਸੁੱਟ ਕੇ ਸਾਡੇ ਕੋਲ ਆਵੇ, ਗ੍ਰਿਫਤਾਰ ਨਹੀਂ ਕਰਨਾ, ਗੋਲੀ ਮਾਰੋ। ਤੇ ਜੇ ਫੇਰ ਵੀ ਕਿਸੇ ਢੰਗ ਦੇ ਨਾਲ ਉਹ ਗ੍ਰਿਫਤਾਰ ਹੋ ਜਾਂਦਾ ਹੈ, ਹਥਿਆਰ ਸੁੱਟ ਕੇ ਤੁਹਾਡੇ ਹਵਾਲੇ ਕਰ ਦਿੰਦਾ ਹੈ ਆਪਣਾ ਆਪਾ, ਤੇ ਫੇਰ ਵੀ ਉਹਨੂੰ ਭੁੱਖਿਆ ਰੱਖ ਕੇ ਤੇ ਵੱਢ ਕੇ ਮਾਰਿਆ ਜਾਵੇਗਾ, ਜਿਉਂਦਾ ਨਹੀਂ ਛੱਡਿਆ ਜਾਵੇਗਾ। ਹਰ ਇੱਕ ਸਿਪਾਹੀ ਦੇ ਕੰਨਾਂ ਦੇ ਵਿੱਚ ਗੱਲ ਪਾਈ ਤੇ ਤੁਸੀਂ ਪੰਜਾਬ ਚੱਲੇ ਹੋ, ਕਿਸੇ ਵੀ ਧੀ ਜਾਂ ਭੈਣ ਦੀ ਇੱਜ਼ਤ ਤੁਸੀਂ ਨਿਲਾਮ ਕਰ ਸਕਦੇ ਹੋ। ਕਿਸੇ ਦਾ ਰੇਪ ਤੱਕ ਵੀ ਕਰਦੇ ਹੋ ਤੇ ਤੁਹਾਡੇ ਉੱਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ। ਇਹਨਾਂ ਕਾਨੂੰਨਾਂ ਨੂੰ ਛਿੱਕੇ ਦੇ ਉੱਤੇ ਟੰਗਿਆ ਗਿਆ। ਕਾਨੂੰਨ ਜਿਹੜੇ ਆਮ ਆਵਾਮ ਵਾਸਤੇ ਹੁੰਦੇ ਨੇ, ਸਰਕਾਰਾਂ ਵਾਸਤੇ ਕੋਈ ਕਾਨੂੰਨ ਮੈਂ ਨਹੀਂ ਰੱਖਦਾ। ਸੰਗਤ ਜੀ, ਛੋਟੇ ਤੋਂ ਛੋਟਾ ਬੱਚਾ ਵੀ ਤੁਹਾਨੂੰ ਮਿਲੇ, ਕੋਈ ਔਰਤ ਮਿਲੇ, ਤੁਹਾਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਉਹ ਅੰਮ੍ਰਿਤਧਾਰੀ ਹੈ, ਜਿਉਂਦਾ ਦਰਬਾਰ ਸਾਹਿਬ ਤੋਂ ਬਾਹਰ ਨਾ ਆਵੇ। ਇਹ ਸਾਰੀਆਂ ਗੱਲਾਂ ਪੱਕੀਆਂ ਹੋਈਆਂ। 6 ਲੱਖ ਇੰਡੀਅਨ ਆਰਮੀ ਪੰਜਾਬ ਦੇ ਵੱਲ ਜਿਵੇਂ ਆ ਰਹੀ ਹੈ ਦਿੱਲੀ ਤੋਂ, ਵੱਖੋ ਵੱਖਰੇ ਥਾਵਾਂ ਦੇ ਉੱਤੋਂ ਜਿਵੇਂ ਪੰਜਾਬ ਨੂੰ ਇੱਕ ਛਾਉਣੀ ਦੇ ਵਿੱਚ ਤਬਦੀਲ ਕੀਤਾ ਗਿਆ, ਪਿੰਡਾਂ ਦੇ ਲੋਕਾਂ ਦਾ ਆਉਣਾ ਜਾਣਾ ਬੰਦ ਕੀਤਾ ਗਿਆ, ਪਿੰਡੋਂ ਪਿੰਡੀ ਨਾਕੇ ਲੱਗੇ ਤੇ ਦਰਬਾਰ ਸਾਹਿਬ ਦੇ ਵੱਲ ਜਿਵੇਂ ਰੇਲ ਗੱਡੀਆਂ ਦੇ ਉੱਤੇ ਲੱਗ ਕੇ ਤੋਪਾਂ ਤੇ ਟੈਂਕ ਆ ਰਹੇ ਨੇ, ਉਹ ਸਾਰੇ ਹਾਲਾਤ ਦਾ ਇੱਕ ਨਕਸ਼ਾ ਸਾਧ ਸੰਗਤ ਦੀ ਇੱਕ ਗੁਰੂ ਦੇ ਪਿਆਰ ਵਾਲਾ ਸਿੱਖ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਆ ਕੇ ਦੱਸ ਰਿਹਾ ਹੈ। ਮਹਾਂਪੁਰਖ ਪਲੰਘੇ ਦੇ ਉੱਤੇ ਬੈਠੇ ਸਨ ਤੇ ਕੌਮ ਦੇ ਬੱਬਰ ਸ਼ੇਰ ਦੇ ਸਾਹਮਣੇ ਪੰਜਾਬ ਦੀ ਇੱਕ ਤਸਵੀਰ ਉਸ ਮਹਾਨ ਗੁਰੂ ਦੇ ਗੁਰਸਿੱਖ ਨੇ ਕਿਉਂ ਰੱਖੀ ਹੋਈ।
ਸਿੱਖਾਂ ਨੂੰ ਇਸ ਬਾਤ ਦਾ ਭਲੀ ਭਾਂਤ ਪਤਾ ਸੀ ਕਿ ਦਰਬਾਰ ਸਾਹਿਬ ਦੇ ਉੱਤੇ ਇੰਡੀਅਨ ਆਰਮੀ ਅਟੈਕ ਕਰੇਗੀ। ਤਾਂ ਹੀ ਤੇ ਉਹਨਾਂ ਨੇ ਕੁਝ ਬੋਲ ਪਹਿਲਾਂ ਬੋਲੇ ਸਨ ਕਿ ਜਿਸ ਦਿਨ ਹਿੰਦੁਸਤਾਨ ਦੀ ਆਰਮੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਪਣਾ ਨਿਸ਼ਾਨਾ ਬਣਾਇਆ, ਪਿੰਡਾਂ ਦੇ ਜਿੰਨੇ ਵੀ ਗੁਰਸਿੱਖ ਨੇ ਪਿੰਡੋਂ ਪਿੰਡੀ ਸੇਵਾ ਕਰਨੀ ਹੈ, ਉਹਨਾਂ ਨੇ ਜਾਲਮਾਂ ਨੂੰ ਸੌਦਾ ਲਾਉਣਾ ਹੈ। ਜਾਂ ਉਹਨਾਂ ਨੇ ਇਹੋ ਮਹਾਨ ਬੋਲ ਬੋਲੇ ਕਿ ਜਿਸ ਦਿਨ ਅਕਾਲ ਤਖਤ ਦੇ ਉੱਤੇ ਚੜ ਕੇ ਆਵੇਗੀ ਹਿੰਦੁਸਤਾਨ ਦੀ ਆਰਮੀ, ਉਸ ਦਿਨ ਸਾਡੇ ਆਪਣੇ ਦੇਸ਼ ਦੀ ਨਹੀਂ ਰੱਖੀ ਜਾਵੇਗੀ। ਸਾਧ ਸੰਗਤ ਜੀ, ਕੁੱਲ ਤਿਆਰੀਆਂ ਮੁਕੰਮਲ ਹੋ ਗਈਆਂ। ਕੌਮ ਦੇ ਮਹਾਨ ਬਾਬਰ ਸ਼ੇਰ ਇੰਤਜ਼ਾਰ ਕਰਨ ਲੱਗੇ। ਪਹਿਲਾਂ ਉਹਨਾਂ ਨੇ ਇੰਡੀਅਨ ਆਰਮੀ ਦੇ ਕੁਝ ਬੰਦਿਆਂ ਨੇ ਪੰਜਾਬ ਪੁਲਿਸ ਨੂੰ ਆਖਿਆ ਕਿ ਤੁਸੀਂ ਸਾਹਮਣੇ ਜਾ ਕੇ ਮਹਾਂਪੁਰਖਾਂ ਦੇ ਉੱਤੇ ਹਮਲਾ ਕਰੋ। ਪੰਜਾਬ ਪੁਲਿਸ ਨੇ ਮਨਾ ਕੀਤਾ। ਉਹਨਾਂ ਆਖਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਕਰਨ ਵਾਸਤੇ ਅਸੀਂ ਤਿਆਰ ਨਹੀਂ, ਅਸੀਂ ਇਹ ਕੰਮ ਨਹੀਂ ਕਰ ਸਕਦੇ। ਫਿਰ ਇਹ ਸਾਰੀ ਦੀ ਸਾਰੀ ਕਾਰਵਾਈ ਤੇ ਪ੍ਰੋਗਰਾਮ ਉਹਨਾਂ ਜ਼ਾਲਮ ਕਰਿੰਦਿਆਂ ਨੇ ਆਪਣੇ ਹੱਥ ਦੇ ਵਿੱਚ ਲਿਆ। ਰਣਜੀਤ ਦਿਆਲ ਆਪਣੀ ਇੱਕ ਪੰਡਲ ਲੈ ਕੇ ਸਾਹਮਣੇ ਆਇਆ। ਉਹਨੇ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਵੱਲ ਆਪਣੀ ਫੌਜ ਨੂੰ ਵਧਾਇਆ ਹੈ। ਕੁਝ ਫਾਇਰ ਕਰਕੇ ਵੇਖੇ, ਪਰਖ ਕੀਤੀ ਕਿ ਸਾਹਮਣੇ ਉਹ ਫਾਇਰਿੰਗ ਕਿਹੋ ਜਿਹੀ ਆਉਂਦੀ ਹੈ, ਉਸ ਹਿਸਾਬ ਦੇ ਨਾਲ ਸਾਨੂੰ ਪਤਾ ਲੱਗੇਗਾ ਕਿ ਇਹਨਾਂ ਦੇ ਕੋਲ ਕਿੰਨਾ ਕੁ ਅਸਲਾ ਹੈ ਜਾਂ ਕਿੰਨੀ ਕੁ ਇਹਨਾਂ ਦੀ ਤਿਆਰੀ ਹੈ। ਸਭ ਤੋਂ ਪਹਿਲਾਂ ਜਦੋਂ ਦਰਬਾਰ ਸਾਹਿਬ ਦੇ ਉੱਤੇ ਇਹਨਾਂ ਨੇ ਕੁਝ ਗੋਲੀਆਂ ਦੀ ਬਛਾੜ ਕੀਤੀ ਤੇ ਮਹਾਂਪੁਰਖਾਂ ਦੇ ਨਾਲ ਦੇ ਬਹਾਦਰ ਸੂਰਬੀਰ ਯੋਧਿਆਂ ਨੇ ਦੇਸੀ ਪਿਸਤੌਲਾਂ ਤੇ 2 ਨਾਲੀਆਂ ਰਾਈਫਲਾਂ ਦੇ ਫਾਇਰ ਖੋਲੇ ਨੇ। ਇਹ ਬੜੇ ਮਨ ਦੇ ਵਿੱਚ ਖੁਸ਼ ਹੋਏ ਕਿ ਇਹਨਾਂ ਰਾਈਫਲਾਂ ਦੇ ਨਾਲ ਸਾਡਾ ਕੁਝ ਵੀ ਨਹੀਂ ਵਿਗੜੇਗਾ। 2-2.5 ਘੰਟਿਆਂ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਅਸੀਂ ਬਾਹਰ ਲੈ ਆਵਾਂਗੇ। ਸਾਧ ਸੰਗਤ ਜੀ, ਪਰ ਉਹ ਤੇ ਸਮਾਂ ਬੀਤਣ ਦੇ ਨਾਲ 1 ਜੂਨ 2 ਜੂਨ 3 ਜੂਨ ਜਿਉਂ-ਜਿਉਂ ਸਮਾਂ ਦਿਨ ਬੀਤਦੇ ਗਏ, ਇਹਨਾਂ ਦੀਆਂ ਖੁੱਲਦੀਆਂ ਗਈਆਂ। ਇਹਨਾਂ ਨੂੰ ਪਹਿਲਾਂ 4 ਦਿਨ ਤੇ ਪਤਾ ਹੀ ਨਹੀਂ ਲੱਗਾ ਕਿ ਸਾਡੇ ਉੱਤੇ ਹਮਲਾ ਕਿਹੜੇ ਪਾਸੇ ਹੋ ਰਿਹਾ ਹੈ, ਕਿਉਂਕਿ ਜਿਹੜੇ ਮਹਾਨ ਬੱਬਰ ਸ਼ੇਰ ਨੇ ਮੋਰਚਾਬੰਦੀ ਕੀਤੀ ਸੀ ਜਨਰਲ ਸ਼ਬੇਗ ਸਿੰਘ ਦੀ, ਉਹ ਬੱਬਰ ਸ਼ੇਰ ਹੈ ਜਿਨ੍ਹਾਂ ਨੇ 90,000 ਪਾਕਿਸਤਾਨ ਦੇ ਹਥਿਆਰ ਸਪਲਾਏ ਸਨ ਬੰਗਲਾਦੇਸ਼ ਦੇ ਅੰਦਰ, ਤੇ 90,000 ਬੰਦਾ ਉਹਨਾਂ ਦੇ ਸਾਹਮਣੇ ਆ ਕੇ ਝੁਕਿਆ ਸੀ। ਉਸ ਕੌਮ ਦੇ ਮਹਾਨ ਜਰਨੈਲ ਨੇ ਸੇਵਾ ਕੀਤੀ ਸੀ, ਇਹ ਰਣਨੀਤੀ ਬਣਾਈ ਸੀ। ਸਾਧ ਸੰਗਤ ਜੀ, ਜ਼ਮੀਨੀ ਤਲ ਤੋਂ 2-2 ਇੰਚ ਉੱਚੇ ਮੋਰਚੇ ਬਣਾਉਣੇ ਤੇ ਇਸ ਢੰਗ ਦੇ ਨਾਲ ਪਲੈਨਿੰਗ ਕਰਨੀ ਕੋਈ ਸੌਖਾ ਕੰਮ ਨਹੀਂ। ਉਹਦੇ ਵਾਸਤੇ ਗੁਰੂ ਦੀ ਬਖਸ਼ਿਸ਼ ਚਾਹੀਦੀ ਹੈ। ਸਮਾਂ ਆਇਆ, ਪਰਿਕਰਮਾ ਦੇ ਅੰਦਰ ਕੌਮ ਦੇ ਬੱਬਰ ਸ਼ੇਰ ਮਹਾਨ ਸੇਵਾਵਾਂ ਕਰ ਰਹੇ ਸਨ। ਜਦੋਂ ਬਖਤਰਬੰਦ ਗੱਡੀਆਂ ਤੱਕ ਲਿਆਂਦੀਆਂ ਗਈਆਂ, ਉਹਨਾਂ ਦਾ ਸਾਹਮਣਾ ਵੀ ਕੀਤਾ ਬੱਬਰ ਸ਼ੇਰਾਂ ਨੇ। ਟੈਂਕ ਤੱਕ ਉਤਾਰੇ ਗਏ। ਕੌਮ ਦੇ ਬਹਾਦਰਾਂ ਨੇ ਆਪਣੇ ਜਿਸਮ ਦੇ ਨਾਲ ਬੰਨ ਕੇ ਉਹਨਾਂ ਟੈਂਕਾਂ ਦੇ ਉੱਤੇ ਛਾਲਾਂ ਮਾਰ ਕੇ ਸਰਕਾਰ ਦੇ ਦੰਦ ਖੱਡੇ ਕੀਤੇ। ਅੱਖਾਂ ਖੁੱਲ ਗਈਆਂ। ਉਹਨਾਂ ਨੇ ਕਮਾਂਡੋ ਉਤਾਰੇ। ਕਮਾਂਡੋਆਂ ਦਾ ਵੀ ਸਾਹਮਣਾ ਹੋਇਆ। ਅਖੀਰ ਉਹ ਸਮਾਂ ਆਇਆ ਜਦੋਂ ਜਨਰਲ ਸ਼ਬੇਗ ਸਿੰਘ ਦੀ ਸ਼ਹਾਦਤ ਤੇ ਜਾ ਪੀਂਦੇ ਨੇ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਗੋਦ ਦੇ ਵਿੱਚ ਲੰਮੇ ਪਏ ਸਨ ਤੇ ਕੌਮ ਦੇ ਬੱਬਰ ਸ਼ੇਰ ਦੇ ਮੁਖੜੇ ਦੇ ਉੱਤੇ ਹੱਥ ਫੇਰ ਕੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਉਹਨਾਂ ਦੇ ਪ੍ਰਤੀ ਅਰਦਾਸ ਕੀਤੀ ਸੀ। ਸਾਧ ਸੰਗਤ ਜੀ, ਜਿਉਂ ਹੀ ਜਰਨਲ ਸਾਹਿਬ ਸ਼ਹੀਦ ਹੋਏ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਕੌਮ ਦੇ ਬੱਬਰ ਸ਼ੇਰਾਂ ਨੂੰ ਇੱਕ ਸੰਦੇਸ਼ ਦਿੱਤਾ ਹੋਇਆ। ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਿਉਂ ਹੀ ਇੱਕ ਅਰਦਾਸ ਕੀਤੀ ਹੈ, ਉਹ ਕੀ ਕੁਝ ਕਹਿੰਦੇ ਨੇ ਕਿ ਬਹਾਦਰੋ ਵਕਤ ਆ ਗਿਆ ਹੈ ਇਹਨਾਂ ਦੇ ਨਾਲ 2 ਹੱਥ ਕਰਨ ਦਾ। ਉਸ ਪਰਵਦਗਾਰ ਨੂੰ ਯਾਦ ਕਰੋ ਤੇ ਆਓ ਮੈਦਾਨੇ ਜੰਗ ਦੇ ਅੰਦਰ ਮਿੱਤਰੋ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਉਹ ਮਹਾਨ ਕੋਲ ਸਭਰਾਵਾਂ ਦਾ ਢਾਡੀ ਜਥਾ ਸੰਗਤ ਦੀ ਸੇਵਾ ਦੇ ਵਿੱਚ ਕਿਉਂ ਮੈਨੇ ਕਰ ਰਿਹਾ।
ਬੱਬਰ ਸ਼ੇਰਾਂ ਨੇ ਹਿੰਦੁਸਤਾਨ ਦੀ ਅੰਨੀ ਤੇ ਬੋਲੀ ਸਰਕਾਰ ਦੀਆਂ ਅੱਖਾਂ ਖੋਲ ਕੇ ਰੱਖ ਦਿੱਤੀਆਂ। ਸਾਧ ਸੰਗਤ ਜੀ, ਟੱਠੇ ਹੋਏ ਅਕਾਲ ਤਖਤ ਦੀ ਤਸਵੀਰ ਜਦੋਂ ਅੱਖਾਂ ਦੇ ਸਾਹਮਣੇ ਆਉਂਦੀ ਹੈ ਤੇ ਹਿਰਦਾ ਵਲੂੰਦਰਿਆ ਜਾਂਦਾ ਹੈ। ਮੈਂ ਲੈਕਚਰ ਦੀ ਪ੍ਰਾਰੰਭਤਾ ਇਸ ਥਾਂ ਤੋਂ ਕੀਤੀ ਸੀ ਕਿ ਉੱਥੋਂ ਖੁਸ਼ੀਆਂ ਤੇ ਖੇੜੇ ਵੰਡੇ ਜਾਂਦੇ ਨੇ, ਅੱਜ ਵੀ ਵੰਡੇ ਜਾਂਦੇ ਨੇ ਤੇ ਵੰਡੇ ਜਾਂਦੇ ਰਹਿਣਗੇ। ਪਰ ਜ਼ਾਲਮ ਸਰਕਾਰ ਦੇ ਜ਼ਾਲਮ ਕਰਿੰਦਿਆਂ ਨੇ ਜੋ ਕਰ ਗੁਜ਼ਰੀ ਉਹ ਅੱਛਾ ਕੰਮ ਨਹੀਂ ਸੀ, ਠੀਕ ਨਹੀਂ ਸੀ। ਕਿਉਂਕਿ ਜਿੱਥੋਂ ਛਾਤੀ ਦਾ ਸੰਦੇਸ਼ ਦਿੱਤਾ ਜਾਂਦਾ ਹੋਵੇ ਉੱਥੇ ਤੋਪਾਂ ਤੇ ਟੈਂਕ ਨਹੀਂ ਆਉਂਦੇ। ਉਸ ਸਥਾਨ ਦੇ ਉੱਤੇ ਹੱਥ ਜੋੜ ਕੇ ਕੁਝ ਮੰਗਣ ਵਾਸਤੇ ਆਈਦਾ, ਉੱਥੇ ਚੜਾਈ ਕਰਨ ਕਰਕੇ ਨਹੀਂ ਆਈਦਾ। ਕੌਮ ਦੇ ਮਹਾਨ ਬੱਬਰ ਸ਼ੇਰਾਂ ਨੇ ਆਪਣੇ ਧਰਮ ਦੀ ਧਾਰਮਿਕ ਅਸਥਾਨ ਦੀ ਰੱਖਿਆ ਕਰਦਿਆਂ ਹੋਇਆਂ ਇਸ ਰਾਹ ਨੂੰ ਅਪਣਾਇਆ ਤੇ ਇਸ ਰਸਤੇ ਦੇ ਉੱਤੇ ਚੱਲੇ। ਨਹੀਂ ਤੇ ਸਾਡਾ ਧਰਮ ਤੇ ਬੜਾ ਸ਼ਾਂਤੀ ਦਾ ਧਰਮ ਹੈ। ਅਸੀਂ ਤੇ ਹਰ ਇੱਕ ਦੇ ਨਾਲ ਪਿਆਰ ਦਾ ਸੁਨੇਹਾ ਦਿੰਦੇ ਹਾਂ, ਹਰ ਇੱਕ ਦੇ ਨਾਲ ਕੇਵਲ ਤੇ ਕੇਵਲ ਪ੍ਰੇਮ ਹੀ ਕਰਦੇ ਹਾਂ। ਪਰ ਜਦੋਂ ਸਾਨੂੰ ਕੋਈ ਖਤਮ ਕਰਨ ਦਾ ਯਤਨ ਕਰਦਾ, ਜਦੋਂ ਸਿਰ ਤੋਂ ਪਾਣੀ ਲੰਘਦਾ ਹੈ, ਫਿਰ ਅਸੀਂ ਤਲਵਾਰ ਦੇ ਮੁੱਠੇ ਨੂੰ ਹੱਥ ਪਾਉਂਦੇ ਹਾਂ। ਸੰਗਤ ਜੀ, ਇਹ 1984 ਦਾ ਸਾਕਾ ਜੂਨ 84 ਨਾ ਭੁੱਲਣ ਯੋਗ ਹੈ ਨਾ ਬਖਸ਼ਣ ਯੋਗ ਹੈ। ਇੰਨੀ ਸੇਵਾ ਪ੍ਰਵਾਨ ਕਰਨੀ। ਦਾਸ ਹਰਦੀਪ ਸਿੰਘ ਮਾਣੋਚਾਲ, ਮੇਰਾ ਸਾਥ ਦੇ ਰਹੇ ਸੀ ਹਰਦੀਪ ਸਿੰਘ ਚਾਲ, ਲਖਵੀਰ ਸਿੰਘ ਆਲਮ ਤੇ ਹਰਮਨਪ੍ਰੀਤ ਸਿੰਘ ਜੀ ਬਿਗੇ। ਇਹ ਢਾਡੀ ਜਥਾ ਅਮਰ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਗੁਰਮਤਿ ਵਿਦਿਆਲਾ ਫਤਿਹਗੜ੍ਹ ਸਭਰਾਵਾਂ ਦਾ ਢਾਡੀ ਜਥਾ ਹੈ, ਜਿੱਥੇ ਸ਼੍ਰੀਮਾਨ ਸੰਤ ਬਾਬਾ ਸ਼ਿੰਦਰ ਸਿੰਘ ਸਾਹਿਬ ਜੀ ਕਾਰ ਸੇਵਾ ਕਰਵਾ ਰਹੇ ਨੇ। ਬਹੁਤ ਸਾਰੇ ਵਿਦਿਆਰਥੀ ਉੱਥੇ ਹੋਰ ਵੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਸਮੁੱਚੀ ਸੰਗਤ ਦਾ ਧੰਨਵਾਦ। ਵੀਰ ਹਰਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਕਮੈਂਟਰੀ ਦੇ ਜਿੰਨੇ ਵੀ ਵੀਰ ਨੇ, ਰਿੱਕੀ ਭਾਜੀ, ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਕੋਟਾਨ ਕੋਟ ਸ਼ੁਕਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਤਸ਼ਾਹ ਦੀ ਪਾਵਨ ਹਜ਼ੂਰੀ ਦੇ ਵਿੱਚ ਗੁਰੂ ਦੇ ਵਜ਼ੀਰ ਸਾਹਿਬਾਨ ਬੈਠੇ ਨੇ। ਧੰਨਵਾਦ। ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।